ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕੱਲ ਅਰਵਿੰਦ ਕੇਜਰੀਵਾਲ ਨੇ ਰੈਲੀ ਕੀਤੀ। ਸੋ ਇਹ ਰੈਲੀ ਜੋ ਹੈ ਹੁਣ ਸੁਰਖੀਆਂ ਵਿੱਚ ਜ਼ਰੂਰ ਬਣੀ ਹੋਈ ਹੈ। ਕੇਂਦਰ ਦੇ ਆਰਡੀਨੈਂਸ ਦੇ ਖਿਲਾਫ ਜੋ ਹੈ ਇਸ ਰੈਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ ਇਸ ਸਭ ਤੇ? ਹਾਲਾਂਕਿ ਜੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਤੇ ਵੀ ਜੋ ਹੈ ਤਿੱਖਾ ਹਮਲਾ ਕੀਤਾ ਇਸ ਰੈਲੀ ਦੌਰਾਨ। ਸੋ ਇੱਕ ਗੱਲ ਨੂੰ ਜ਼ਰੂਰ ਸਮਝਣਾ ਚਾਹਾਂਗੇ ਕਿਉਂਕਿ ਇਹ ਰੈਲੀ ਖੂਬ ਸੁਰਖੀਆਂ ਵਿੱਚ ਹੈ ਆਪਣੇ ਬਿਆਨਾਂ ਨੂੰ ਲੈ ਕੇ। ਉਧਰ ਜੇ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਉਹ ਵੀ ਤਿੱਖੇ ਹਮਲੇ ਕਰ ਰਹੀ ਹੈ। ਕੀ ਕਹਿਣਾ ਚਾਹੋਗੇ ਇਸ ਸਭ ਤੇ? ਹਰਜੋਤ ਜੀ, ਕੱਲ ਭਗਵੰਤ ਮਾਨ ਵੀ ਦਿੱਲੀ ਗਏ, ਅਰਵਿੰਦ ਕੇਜਰੀਵਾਲ ਤਾਂ ਦਿੱਲੀ ਸੀ। ਕੱਲ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ 11-12 ਸਾਲ ਬਾਅਦ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਇੱਕ ਵੱਡੀ ਰੈਲੀ ਕਰਦੇ ਦਿਖੇ। ਇਹ ਜਿਹੜੀ ਰੈਲੀ ਸੀ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਆਰਡੀਨੈਂਸ ਲਿਆਂਦਾ ਗਿਆ ਉਹਦੇ ਖਿਲਾਫ ਸੀ ਔਰ ਇਹ ਲਿਖਿਆ ਗਿਆ ਸੀ ਕਿ ਕੇਂਦਰ ਸਰਕਾਰ ਆਰਡੀਨੈਂਸ ਨੂੰ ਵਾਪਸ ਲਵੇ। ਔਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਪਹੁੰਚੇ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੀ ਲਗਭਗ ਸਾਰੀ ਲੀਡਰਸ਼ਿਪ ਔਰ ਦਿੱਲੀ ਦੀ ਲੀਡਰਸ਼ਿਪ ਔਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਉਚੇਚੇ ਤੌਰ ਤੇ ਮੌਜੂਦ ਰਹੇ ਇਸ ਰੈਲੀ ਦੇ ਵਿੱਚ। ਇਸ ਰੈਲੀ ਦੇ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਔਰ ਰਾਜ ਸਭਾ ਦੇ ਮੈਂਬਰ ਕਪਿਲ ਸਿੱਬਲ ਉਚੇਚੇ ਤੌਰ ਤੇ ਬੁਲਾਏ ਗਏ। ਸਭ ਨੂੰ ਯਾਦ ਹੈ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਬਹੁਤ ਵੱਡੇ ਇਲਜ਼ਾਮ ਕਪਿਲ ਸਿੱਬਲ ਤੇ ਔਰ ਕੇਂਦਰ ਸਰਕਾਰ ਤੇ ਲਾਉਂਦੇ ਰਹੇ ਸੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ। ਔਰ ਲਗਾਤਾਰ ਕਪਿਲ ਸਿੱਬਲ ਹੋਣਾ ਦੇ ਨਾਲ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲ ਰਿਹਾ ਸੀ ਤੇ ਮੀਟਿੰਗਾਂ ਵੀ ਹੁੰਦੀਆਂ ਸੀ। ਪਰ ਹੁਣ 10-12 ਸਾਲ 'ਚ ਵਕਤ ਬਦਲ ਗਿਆ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਔਰ ਕਪਿਲ ਸਿੱਬਲ ਜੀ ਨੇੜੇ ਨੇ ਇਸ ਵਕਤ। ਸੋ ਉਹ ਸੁਪਰੀਮ ਕੋਰਟ ਦੇ ਵਕੀਲ ਨੇ, ਰਾਜ ਸਭਾ ਦੇ ਮੈਂਬਰ ਵੀ ਨੇ ਔਰ ਹੁਣ ਉਹ ਸਮਝਾਉਣ ਆਏ ਸੀ ਕਿ ਸੁਪਰੀਮ ਕੋਰਟ ਦਾ ਫੈਸਲਾ ਕੀ ਹੈ ਔਰ ਉਹਨਾਂ ਨੇ ਸਮਝਾਇਆ ਵੀ ਉੱਥੇ ਮੌਜੂਦ ਲੋਕਾਂ ਨੂੰ। ਅਰਵਿੰਦ ਕੇਜਰੀਵਾਲ ਨੇ ਜਿਹੜੀ ਸ਼ਬਦਾਵਲੀ ਵਰਤੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਸ਼ਬਦਾਵਲੀ ਵਰਤੀ ਉਹਨੂੰ ਲੈ ਕੇ ਬੀਜੇਪੀ ਬਹੁਤ ਜ਼ਿਆਦਾ ਸਿਆਸੀ ਤੌਰ ਤੇ ਔਖੀ ਹੈ ਔਰ ਬੀਜੇਪੀ ਦੇ ਲੀਡਰਾਂ ਨੇ ਵੀ ਖੂਬ ਜਿਹੜੇ ਤਿੱਖੇ ਸ਼ਬਦ ਹੈ ਉਹ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਹੋਣਾ ਬਾਰੇ ਵਰਤੇ। ਸਭ ਤੋਂ ਪਹਿਲਾਂ ਭਗਵੰਤ ਮਾਨ ਹੋਣਾ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਨੇ ਨਰਿੰਦਰ ਮੋਦੀ ਹੋਣਾ ਤੇ ਤਿੱਖਾ ਸਿਆਸੀ ਹਮਲਾ ਕੀਤਾ ਔਰ ਭਗਵੰਤ ਮਾਨ ਇੱਥੋਂ ਤੱਕ ਕਹਿੰਦੇ ਨੇ ਕਿ ਜੇ 2024 ਦੇ ਵਿੱਚ ਨਰਿੰਦਰ ਮੋਦੀ ਦੁਬਾਰਾ ਜਿੱਤ ਗਏ, ਬੀਜੇਪੀ 2024 'ਚ ਜਿੱਤ ਗਈ ਤੇ ਨਰਿੰਦਰ ਮੋਦੀ ਨਰਿੰਦਰ ਪੁਤਿਨ ਬਣ ਜਾਣਗੇ, ਭਾਵ ਕਿ ਫਿਰ ਉਹਨਾਂ ਨੇ ਪੱਕੇ ਤੌਰ ਤੇ ਪ੍ਰਧਾਨ ਮੰਤਰੀ ਬਣ ਜਾਣਾ। ਔਰ ਉਹ ਕਹਿੰਦੇ ਕਿ ਬੀਜੇਪੀ ਦੇ ਨੇਤਾਵਾਂ ਨੇ ਤਾਂ ਨਰਿੰਦਰ ਮੋਦੀ ਨੂੰ ਭਾਰਤ ਦਾ ਮਾਲਕ ਵੀ ਮੰਨਣਾ ਸ਼ੁਰੂ ਕਰਤਾ। ਸੋ ਬਹੁਤ ਸਖਤ ਲਹਿਜੇ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ 140 ਕਰੋੜ ਲੋਕ ਭਾਰਤ ਦੇ ਲੋਕ ਇੰਡੀਆ ਨੂੰ ਬਚਾਉਣ ਦਾ ਫੈਸਲਾ ਕਰਦੇ ਨੇ ਤਾਂ ਦੇਸ਼ ਬਚ ਸਕਦਾ ਹੈ। ਸੋ ਭਗਵੰਤ ਮਾਨ ਨੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਸਿਆਸੀ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਕੀਤਾ ਹੋਇਆ। ਜੇ ਪੰਜਾਬੀ 'ਚ ਕਹੀਏ ਤਾਂ ਸਿਆਸੀ ਪੰਗੇਬਾਜ਼ੀ ਕੀਤੀ ਹੋਈ ਹੈ ਔਰ ਇਸ ਤੋਂ ਪਹਿਲਾਂ ਵੀ ਲਗਾਤਾਰ ਭਗਵੰਤ ਮਾਨ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਨਾਲ ਸਿੱਧੇ ਹੋਏ ਨੇ ਔਰ ਖੂਬ ਤੰਜ ਕੱਸਦੇ ਨੇ। ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਹੜਾ ਰਾਜ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਆਰਡੀਨੈਂਸ ਲੈ ਕੇ ਆਉਣਾ ਕਾਨੂੰਨ ਬਣਾਉਣ ਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਉਸ ਆਰਡੀਨੈਂਸ ਨੂੰ ਫੇਲ ਕਰਨ। ਇਹ ਜਿਹੜੀ ਰੈਲੀ ਸੀ ਕੱਲ੍ਹ ਦੀ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ, ਇਹਦੇ ਵਿੱਚ ਦਾਅਵਾ 1 ਲੱਖ ਲੋਕਾਂ ਦਾ ਕੀਤਾ ਗਿਆ ਸੀ। ਆਪ ਵਾਲੇ 1 ਲੱਖ ਤੋਂ ਵੱਧ ਦੀ ਗੱਲ ਕਰ ਰਹੇ ਨੇ ਜਦਕਿ ਬੀਜੇਪੀ ਵਾਲੇ ਨਕਾਰ ਰਹੇ ਨੇ। ਇਹ ਪੰਜਾਬ 'ਚ ਵੀ ਹੁੰਦਾ ਹੈ। ਪੰਜਾਬ 'ਚ ਵੀ ਜਿਹੜੀ ਰੈਲੀ ਕਰਨ ਵਾਲੀ ਧਿਰ ਹੈ ਉਹ ਅਗਰ ਦਾਅਵਾ ਕਰਦੀ ਹੈ ਕਿ 1 ਲੱਖ ਲੋਕ ਸੀ, 2 ਲੱਖ ਲੋਕ ਸੀ ਤੇ ਵਿਰੋਧੀ ਕਹਿੰਦੇ ਨੇ ਕਿ ਨਹੀਂ 25,000 ਲੋਕ ਸੀ, 50,000 ਲੋਕ ਸੀ। ਇਹ ਸਿਆਸਤ ਦੇ ਵਿੱਚ ਹੁੰਦਾ। ਔਰ ਜਿਹੜਾ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਭੀੜ ਪਹੁੰਚੀ ਸੀ, ਬਹੁਤ ਵੱਡੀ ਗਿਣਤੀ 'ਚ ਪਾਰਟੀ ਦੇ ਵਲੰਟੀਅਰ ਵਰਕਰ ਦੇਸ਼ ਭਰ 'ਚੋਂ ਪੁੱਜੇ ਸੀ ਔਰ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਇਹ ਸ਼ਕਤੀ ਪ੍ਰਦਰਸ਼ਨ ਸੀ 2024 ਤੋਂ ਪਹਿਲਾਂ। ਇੱਕ ਤਾਂ ਆਰਡੀਨੈਂਸ ਦੇ ਖਿਲਾਫ ਇਹ ਵੱਡਾ ਸ਼ਕਤੀ ਪ੍ਰਦਰਸ਼ਨ ਸੀ। ਇਹ ਦਿਖਾਉਣਾ ਚਾਹੁੰਦੀ ਆਮ ਆਦਮੀ ਪਾਰਟੀ ਕਿ ਅਸੀਂ ਪੂਰੀ ਤਾਕਤ ਲਾ ਦਾਂਗੇ, ਰਾਜ ਸਭਾ 'ਚ ਆਰਡੀਨੈਂਸ ਪਾਸ ਨਹੀਂ ਹੋਣ ਦੇਣਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ
ਵਿਰੋਧੀ ਧਿਰਾਂ ਚੋਂ ਕਾਂਗਰਸ ਨੇ ਹਜੇ ਤੱਕ ਅਰਵਿੰਦ ਕੇਜਰੀਵਾਲ ਔਰ ਮਲਕੀ ਅਰਜੁਨ ਖੜਗੇ ਦੇ ਨਾਲ ਮੁਲਾਕਾਤ ਨਹੀਂ ਕੀਤੀ। ਬਾਕੀ 9-10 ਵਿਰੋਧੀ ਪਾਰਟੀਆਂ ਅਰਵਿੰਦ ਕੇਜਰੀਵਾਲ ਜੀ ਨਾਲ ਮਿਲੀਆਂ ਨੇ, ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਪਰ ਆਖਰੀ ਫੈਸਲਾ ਤਾਂ ਰਾਜ ਸਭਾ 'ਚ ਹੋਣਾ ਜਦੋਂ VOTING ਹੋਣੀ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਪਹਿਲਾਂ ਅਕਸਰ ਨਾਲ ਹੋਣ ਦਾ ਦਾਅਵਾ ਵੀ ਕਰਦੀਆਂ ਨੇ, ਪਰ ਜਿਸ ਦਿਨ ਵੋਟਾਂ ਦਾ ਦਿਨ ਹੁੰਦਾ ਉਸ ਦਿਨ ਉਹਨਾਂ ਦਾ ਰੁਖ ਬਦਲਦਾ ਹੈ। ਕਈ ਲੋਕ ਤਾਂ ਇਹ ਦਾਅਵਾ ਕਰਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਪਰ VOTING 'ਚ ਉਹਨਾਂ ਦਾ ਸੁਰ ਵੱਖਰਾ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਦਾ ਟੈਸਟ ਉਸ ਦਿਨ ਪੂਰਾ ਹੋਣਾ ਹੈ ਜਿਸ ਦਿਨ ਰਾਜ ਸਭਾ ਦੇ ਵਿੱਚ VOTING ਹੋਣੀ ਹੈ ਇਸ ਆਰਡੀਨੈਂਸ 'ਤੇ। ਇਹ ਆਰਡੀਨੈਂਸ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਅਧਿਕਾਰੀਆਂ ਦੀ ਪੋਸਟਿੰਗ ਤੇ ਬਦਲੀਆਂ ਦਾ ਅਧਿਕਾਰ ਹੈ ਜਿਹੜਾ, ਉਹ ਇੱਕ ਕਮੇਟੀ ਕੋਲੇ ਹੈ। ਉਹ 'ਚ ਮੁੱਖ ਮੰਤਰੀ ਨੇ, ਚੀਫ ਸੈਕਟਰੀ ਨੇ ਔਰ ਚੀਫ ਪ੍ਰਿੰਸੀਪਲ ਸੈਕਟਰੀ ਗ੍ਰਹਿ ਮੰਤਰਾਲੇ ਦੇ ਨੇ। ਔਰ ਅਗਰ ਇਹ ਤਿੰਨਾਂ ਨਾਲ ਸਹਿਮਤੀ ਨਹੀਂ ਬਣਦੀ ਕਿਸੇ ਦੀ ਤਬਦੀਲੀ ਦੀ, ਹਾਲਾਂਕਿ ਜਿਹੜੇ ਮੁਖੀ ਹੋਣਗੇ ਇਸ ਕਮੇਟੀ ਦੇ ਬਦਲੀਆਂ ਵਾਲੀ ਦੇ ਉਹ ਮੁੱਖ ਮੰਤਰੀ ਹੋਣਗੇ, ਪਰ ਜੇ ਕਿਸੇ ਨਾਲ ਤੇ ਸਹਿਮਤੀ ਨਹੀਂ ਬਣਦੀ ਤਾਂ ਫਿਰ LG ਕੋਲੇ ਜਿਹੜੀ ਹੈ ਆਖਰੀ ਫੈਸਲਾ ਲੈਣ ਦਾ ਅਧਿਕਾਰ ਹੋਏਗਾ। ਔਰ ਇਸ ਗੱਲ ਦਾ ਵਿਰੋਧ ਭਗਵੰਤ ਮਾਨ ਵੀ ਕਰ ਰਹੇ ਨੇ, ਅਰਵਿੰਦ ਕੇਜਰੀਵਾਲ ਵੀ ਕਰ ਰਹੇ ਨੇ ਔਰ ਪੂਰੀ ਆਮ ਆਦਮੀ ਪਾਰਟੀ ਕਰ ਰਹੀ ਹੈ। ਸੋ ਜਿਹੜਾ ਕੱਲ੍ਹ ਦਾ ਸ਼ਕਤੀ ਪ੍ਰਦਰਸ਼ਨ ਸੀ ਉਹਨੂੰ 2024 ਤੋਂ ਪਹਿਲਾਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ 2024 ਤੋਂ ਪਹਿਲਾਂ ਕਿਹੋ ਜਿਹੀ ਤਿਆਰੀ ਕਰ ਰਹੀ ਹੈ। ਉਂਝ ਅਗਰ ਦੇਖਿਆ ਜਾਵੇ ਗੁਜਰਾਤ ਦੇ ਵਿੱਚ ਜ਼ਰੂਰ 13% ਦੇ ਕਰੀਬ ਆਮ ਆਦਮੀ ਪਾਰਟੀ ਨੂੰ ਵੋਟ ਪ੍ਰਤੀਸ਼ਤ ਮਿਲਿਆ, ਲੇਕਿਨ ਕਰਨਾਟਕਾ ਦੇ ਵਿੱਚ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ ਮਿਲੀ, ਹਿਮਾਚਲ ਪ੍ਰਦੇਸ਼ 'ਚ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ ਮਿਲੀ। ਹੁਣ ਵੀ 5 ਸੂਬਿਆਂ ਦੀਆਂ ਚੋਣਾਂ ਹੋਣੀਆਂ ਨੇ ਔਰ ਇਹ ਵੀ ਦੇਖਣ ਵਾਲੀ ਗੱਲ ਹੈ, ਇਹਨਾਂ 'ਚੋਂ 3-4 ਵੱਡੇ ਸੂਬੇ ਨੇ। 3 ਰਾਜਸਥਾਨ ਹੈ, ਛੱਤੀਸਗੜ੍ਹ ਹੈ, ਮੱਧ ਪ੍ਰਦੇਸ਼ ਹੈ, MP ਹੈ। ਹੁਣ MP ਦੇ ਵਿੱਚ ਤਾਂ ਕੱਲ੍ਹ ਤੋਂ 1000 ਰੁਪਇਆ ਖਾਤਿਆਂ 'ਚ ਜਾਣਾ ਸ਼ੁਰੂ ਹੋ ਗਿਆ, ਯੋਜਨਾ ਸ਼ੁਰੂ ਕਰਤੀ MP ਦੇ ਵਿੱਚ। ਪਰ ਪੰਜਾਬ 'ਚ ਹਜੇ ਤੱਕ ਇਹ ਯੋਜਨਾ ਸ਼ੁਰੂ ਨਹੀਂ ਹੋਈ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ। ਇੱਕ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਇੱਕ ਕਾਟ ਕੱਢੀ ਸੀ ਮੁਫਤ ਬਿਜਲੀ ਦੀ ਔਰ ਖਾਤਿਆਂ 'ਚ 1000 ਦੀ, ਉਹਦੇ 'ਤੇ ਦੂਸਰੀਆਂ ਪਾਰਟੀਆਂ ਵੀ ਤੁਰ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਰਵਾਇਤੀ ਪਾਰਟੀਆਂ ਕਹਿੰਦੇ ਹਾਂ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਜਿਹੜਾ ਸਮਰਥਨ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਪਾਰਟੀਆਂ ਦੇ, ਉਹਨੂੰ ਇਸ ਰੂਪ 'ਚ ਵੀ ਦੇਖਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਜੇ 2024 'ਚ ਨਰਿੰਦਰ ਮੋਦੀ ਨੂੰ ਹਟਾਉਣਾ ਹੈ ਜਾਂ ਹਰਾਉਣਾ ਹੈ ਤੇ ਸਾਨੂੰ ਹੁਣੇ ਤੋਂ ਅੱਗੇ ਵਧਣਾ ਪਊਗਾ ਔਰ ਵਿਰੋਧੀ ਧਿਰਾਂ ਨੂੰ ਨਾਲ ਲੈਣਾ ਪਏਗਾ। ਪਰ ਕੀ ਕਾਂਗਰਸ ਨਾਲ ਚੱਲੇਗੀ? ਅਗਰ ਇਸ ਆਰਡੀਨੈਂਸ ਨੂੰ ਕਾਂਗਰਸ ਸਮਰਥਨ ਕਰਦੀ ਹੈ ਤੇ ਅਰਵਿੰਦ ਕੇਜਰੀਵਾਲ ਕਾਂਗਰਸ ਦੀ ਸਮਰਥਨ ਨਾਲ ਆਰਡੀਨੈਂਸ ਡੇਗਣ 'ਚ ਕਾਮਯਾਬ ਹੋ ਜਾਂਦੇ ਨੇ ਤੇ ਫਿਰ ਦੇਸ਼ 'ਚ ਇਹ ਪ੍ਰਭਾਵ ਜਾਣਾ ਹੈ ਕਿ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਦੇ ਮੁਕਾਬਲੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਇੱਕ ਅਗਵਾਈ ਕਰਨ ਵਾਲੇ ਵੱਡੇ ਲੀਡਰ ਬਣੇ ਨੇ। ਇਸ ਕਰਕੇ 2024 'ਚ ਡਿਮਾਂਡ ਅਗਰ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਕਿਸੇ ਦੀ ਹੋਏਗੀ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਅਗਰ ਕਿਸੇ ਦੀ ਡਿਮਾਂਡ ਹੋਏਗੀ ਤੇ ਉਹ ਅਰਵਿੰਦ ਕੇਜਰੀਵਾਲ ਜੀ ਦੀ ਹੋਏਗੀ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਜਾਂ ਰਾਹੁਲ ਗਾਂਧੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਗੇ। ਕਾਂਗਰਸ ਔਰ ਰਾਹੁਲ ਗਾਂਧੀ ਚਾਹਣਗੇ ਕਿ ਰਾਜ ਸਭਾ ਦੇ ਵਿੱਚ ਇਹ ਆਰਡੀਨੈਂਸ ਪਾਸ ਹੋ ਜਾਏ, ਜਿਹਦੇ ਨਾਲ ਉਹਨਾਂ ਨੂੰ ਇਹ ਲੱਗੇਗਾ ਕਿ तमाम ਵਿਰੋਧੀ ਪਾਰਟੀਆਂ ਨਾਲ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਰਾਜ ਸਭਾ 'ਚ ਜਿੱਤ ਨਹੀਂ ਸਕੇ, ਜਿਹਦੇ ਨਾਲ ਜਿਹੜਾ ਕੱਦ ਹੈ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦੇ ਮੁਕਾਬਲੇ ਉਹ ਜੇਤੂ ਨਹੀਂ ਬਣੇਗਾ। ਤੇ ਕਾਂਗਰਸ ਚਾਹੇਗੀ ਕਿ ਅਸੀਂ ਰਾਹੁਲ ਗਾਂਧੀ ਨੂੰ ਇੱਕ ਵੱਡੇ ਕੱਦ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਆਈਏ ਕਿ ਕਾਂਗਰਸ ਤੋਂ ਬਿਨਾਂ ਨਰਿੰਦਰ ਮੋਦੀ ਨੂੰ ਹਰਾਉਣਾ ਔਖਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਉੱਤੇ ਸਿਆਸਤ ਹੈ ਜਿਹੜੀ ਮੁਲਕ ਦੀ ਉਹ ਅੱਗੇ ਵਧ ਰਹੀ ਹੈ। ਫਿਲਹਾਲ ਇੱਕ ਵਾਰੀ ਗੱਲ ਸੁਣਦੇ ਹਾਂ ਅਰਵਿੰਦ ਕੇਜਰੀਵਾਲ ਦੀ ਵੀ। ਅਰਵਿੰਦ ਕੇਜਰੀਵਾਲ ਨੇ ਵੀ ਬਹੁਤ ਤਿੱਖੇ ਹਮਲੇ ਨੇ ਜਿਹੜੇ ਉਹ ਨਰਿੰਦਰ ਮੋਦੀ ਹੋਣਾ ਤੇ ਇਸ ਰੈਲੀ 'ਚ ਕੀਤੇ। ਅਰਵਿੰਦ ਕੇਜਰੀਵਾਲ ਨੇ ਇਸ ਮਹਾਰੈਲੀ ਨੂੰ ਸੰਬੋਧਨ ਕਰਦੇ ਹੋਏ ਕੀ ਕਿਹਾ? ਕਹਿੰਦੇ ਨਰਿੰਦਰ ਮੋਦੀ ਜੀ ਪਹਿਲੀ ਵਾਰੀ ਅਜਿਹੇ ਪ੍ਰਧਾਨ ਮੰਤਰੀ ਆਏ ਨੇ ਜਿਹੜੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ। ਉਹ ਕਹਿੰਦੇ ਗਲੀ ਗਲੀ 'ਚ ਚਰਚਾ ਹੈ ਕਿ ਮੋਦੀ ਜੀ ਨੂੰ ਕੀ ਹੋ ਗਿਆ। ਇੱਕ ਨਰੇਟਿਵ, ਇੱਕ ਧਾਰਨਾ ਬਣਾਉਣ ਦੀ ਕੋਸ਼ਿਸ਼ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ ਨਰਿੰਦਰ ਮੋਦੀ ਦੇ ਖਿਲਾਫ। ਔਰ ਉਹ ਕਹਿੰਦੇ ਕਿ ਮੋਦੀ ਸਰਕਾਰ ਨੇ ਦਿੱਲੀ ਦੀ ਜਨਤਾ ਦੇ ਅਧਿਕਾਰ ਖੋਹਣ ਲਈ ਸੁਪਰੀਮ ਕੋਰਟ ਦੇ ਫੈਸਲੇ ਨੂੰ ਖਾਰਜ ਕੀਤਾ ਹੈ ਔਰ ਇਸ ਫੈਸਲੇ ਨੂੰ ਸਮਝਾਉਣ ਲਈ ਅਸੀਂ ਕਪਿਲ ਸਿੱਬਲ ਨੂੰ ਬੁਲਾਇਆ ਤੇ ਉਹਨਾਂ ਨੇ ਕਪਿਲ ਸਿੱਬਲ ਨੂੰ ਦਿਲੋਂ ਧੰਨਵਾਦ ਵੀ ਕੀਤਾ, ਇੱਕ ਟਵੀਟ ਵੀ ਜਾਰੀ ਕੀਤਾ ਹੈ। ਸੋ ਗੱਲ ਸੁਣ ਦਿੰਦੇ ਹਾਂ ਇੱਕ ਵਾਰੀ। ਪ੍ਰਧਾਨ ਮੰਤਰੀ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਉਹਦੇ ਤੇ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ ਔਰ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਤੇ ਵੀ ਟਿੱਪਣੀਆਂ ਕੀਤੀਆਂ।
ਉਹਨਾਂ ਨੇ ਕਿਹਾ ਕਿ ਸਾਡੀ ਮੰਤਰੀ ਮੰਡਲ ਨੇ, ਪੰਜਾਬ ਨੇ ਇੱਕ ਭਾਸ਼ਣ ਦਿੱਤਾ ਗਵਰਨਰ ਨੂੰ, ਤੇ ਗਵਰਨਰ ਕਹਿ ਰਿਹਾ ਸੀ ਕਿ ਮੈਂ ਮੇਰੀ ਸਰਕਾਰ ਨਹੀਂ ਬੋਲਣਾ, ਮਾਈ ਗਵਰਨਮੈਂਟ ਨਹੀਂ ਪੜ੍ਹਨਾ। ਤੇ ਉਹ ਕਹਿੰਦੇ ਫਿਰ ਜਦੋਂ ਮੈਂ ਕਿਹਾ ਵੀ ਫਿਰ ਮੈਂ ਸੁਪਰੀਮ ਕੋਰਟ ਜਾਊਂਗਾ, ਤੇ ਫਿਰ ਗਵਰਨਰ ਨੇ ਉਹ ਪੜ੍ਹਿਆ। ਇਹਦੇ ਤੇ ਬੀਜੇਪੀ ਦੇ ਲੀਡਰ ਇਤਰਾਜ਼ ਕਰ ਰਹੇ ਨੇ ਕਿ ਇਸ ਤਰੀਕੇ ਦੀਆਂ ਟਿੱਪਣੀਆਂ ਦੂਜੇ ਸੂਬੇ 'ਚ ਜਾ ਕੇ ਪੰਜਾਬ ਤੋਂ ਨਹੀਂ ਕਰਨੀਆਂ ਚਾਹੀਦੀਆਂ ਸੀ ਭਗਵੰਤ ਮਾਨ ਨੂੰ। ਪਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਲੜਾਈ ਦਿੱਲੀ ਦੇ ਐਲਜੀ ਔਰ ਪੰਜਾਬ ਦੇ ਗਵਰਨਰ ਨਾਲ ਜਗ ਜ਼ਾਹਰ ਹੈ, ਔਰ ਜਦੋਂ ਵੀ ਦਾ ਲੱਗਦਾ ਹੈ ਭਗਵੰਤ ਮਾਨ और अरविंद केजरीवाल पलटवार करते है। लोकतंत्र कहीं पे लोकतंत्र बचा है भाई साहब? जनता को इकट्ठा होना पड़ेगा। 140 करोड़ लोगों को इकट्ठे होके देश को बचाना पड़ेगा। ये देश शहीद आजम भगत सिंह, राजगुरु सुखदेव, चंद्रशेखर आजाद, अशफाक उल्लाह, सुभाष चंद्र बोस, हजारों शहीदों ने कुर्बानियां लेकर यह देश लेकर दिया था। यह किसी के बाप की जगीर नहीं है कि मैं ही इस पे राज करूंगा, मैं ही इस पे राज करूंगा। यह देश 140 करोड़ लोगों के पुरखों ने लेकर दिया है, बुजुर्गों ने लेकर दिया तसीहे झेल के। ये अपने आप को मालिक समझने लगे हैं, ये अपने आप को समझते हैं हम ही राज करेंगे। अगर 140 करोड़ जनता समय पे, बस समय क्या रह गया भाई साहब, 1 साल रह गया। अगर 140 करोड़ जनता ये तय कर ले कि हमने देश को बचाना है तो देश बच जाएगा। वरना ये मीडिया वाले खड़े हैं, दिखाना है दिखा दो, वरना चलो आने का शुक्रिया, चलो ये कैमरे लेके तो आ गए, चलो चलाना ना चलाना तो इनके बॉसेस का काम है, कम से कम हमारी तरफ मुंह तो कर रखे कैमरों के। ये इतने अहंकारी हो गए हैं बीजेपी वाले। अगर ये 2024 में जीत गए, ये संविधान बदल देंगे, उसके बाद इलेक्शन नहीं होंगे देश में। प्रधानमंत्री जी हमारे नरेंद्र पुतिन बन जाएंगे, नरेंद्र मोदी की जगह। उन पुतिन ने भी ये कर रखा है कि 35 साल में ही रहूंगा राष्ट्रपति। ये आने वाला नरेंद्र पुतिन है। आप देश को जागना पड़ेगा। लेकिन प्रधानमंत्री जी से देश तो संभल नहीं रहा, देश का तो बेड़ा गर्क कर दिया। रोज उठते हैं और दिल्ली वालों के काम रोक देते हैं, रोज उठते हैं और दिल्ली वालों के काम। मैं स्कूल बनवाता हूं, मोदी जी कहते हैं मैं तेरे स्कूल नहीं बनने दूंगा। मैं अस्पताल बनवाता हूं, मोदी जी कहते हैं तेरे अस्पताल नहीं बनने दूंगा। मैं मोहल्ला क्लिनिक बनाता हूं, मेरे मोहल्ला क्लिनिक तोड़वा दिए मोदी जी ने। पिछले साल प्रधानमंत्री जी ने दिल्ली के अस्पतालों में दवाइयां बंद करा दी। मैं सीसीटीवी कैमरे लगवाता हूं, प्रधानमंत्री जी एलजी को कह के सीसीटीवी कैमरे नहीं लगने देते। पिछले साल मोहल्ला क्लिनिक के अंदर इन्होंने गरीबों के टेस्ट बंद करवा दिए। दोस्तों, मैंने दिल्ली के लोगों के लिए योगा क्लासेस शुरू की, प्रधानमंत्री जी ने योगा क्लासेस बंद करवा दी। प्रधानमंत्री जी से मैं कहना चाहता हूं, आप देश संभालो ना। आपसे देश तो संभल नहीं रहा, देश का बेड़ा गर्क कर दिया आपने। ਡੱਲਾ ਜੀ, ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਦੂਜੀ ਵਾਰ ਵਾਧਾ ਕਰ ਦਿੱਤਾ ਹੈ। ਆਮ ਲੋਕਾਂ ਦੀ ਜੇਬ ਤੇ ਬੋਝ ਦੂਜੀ ਵਾਰ ਵਧਾ ਦਿੱਤਾ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ। ਸੋ ਇਸੇ ਸਾਲ ਜੇ ਅਸੀਂ ਗੱਲ ਕਰੀਏ, ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਇਹ ਕੀਮਤਾਂ ਵਧਾਈਆਂ ਗਈਆਂ ਸੀ ਤੇ ਹੁਣ ਇੱਕ ਵਾਰ ਫੇਰ ਜੋ ਹੈ ਕੀਮਤਾਂ ਵਿੱਚ ਵਾਧਾ ਲੋਕਾਂ ਲਈ ਕਾਫੀ ਇੱਕ ਵੱਡਾ ਸਵਾਲ ਬਣ ਜਾਂਦਾ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਜੇ ਆਪਾਂ ਗੱਲ ਕਰੀਏ 92 ਪੈਸੇ ਅਤੇ 88 ਪੈਸੇ ਜਿਵੇਂ ਵਧਾਏ ਗਏ ਆ, ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਵਿਰੋਧੀ ਧਿਰਾਂ ਦੀ, ਤਾਂ ਵਿਰੋਧੀ ਧਿਰਾਂ ਵੀ ਜੋ ਹੈ ਲਗਾਤਾਰ ਇਸ ਤੇ ਪਲਟਵਾਰ ਕਰ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਆਪਾਂ ਹੋਰਾਂ ਦੀ ਵੀ ਗੱਲ ਕਰ ਲਈਏ, ਸੁਖਬੀਰ ਬਾਦਲ, ਰਾਜਾ ਵੜਿੰਗ, ਇਹ ਸਾਰੇ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਨੇ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਪਲਟਵਾਰ ਜੋ ਹੈ ट्वीट के जरिए भी कर दियां नज़र आ रहे हैं सारे लीडर। सो बीजेपी भी जो है विरोध कर रही है इस गल का। की कहना चाहोगे? आम आदमी पार्टी का की तर्क है इस हफ्ते? देखो, पहली तो गल हरजोत जी बड़ी साफ है कि पंजाब सरकार किते ना किते वित्ती तौर पर अपने आप नूं काफ़ी ज़्यादा टाइट महसूस कर रही है, एक कड़िक्की महसूस कर रही है, क्योंकि केंद्र सरकार ने जिस तरह नाल 39,000 ਕਰਜ਼ਾ ਲੈਣ ਦੀ ਲਿਮਿਟ ਨੂੰ ਘਟਾ ਕੇ
21,000 ਕਰ ਦਿੱਤਾ। ਇੱਕ ਵੱਡੀ ਕਟੌਤੀ ਕਰਜ਼ਾ ਲੈਣ ਦੀ ਲਿਮਟ ਦੇ ਵਿੱਚ ਹੋਈ ਹੈ। ਦੂਸਰਾ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਲਗਭਗ 4,000 ਕਰੋੜ ਨਹੀਂ ਆ ਰਿਹਾ। ਜਿਹੜੀ ਸਿਹਤ ਮਿਸ਼ਨ ਯੋਜਨਾ ਸੀ ਉਹ ਇੱਕ ਤਰ੍ਹਾਂ ਨਾਲ ਬੰਦ ਹੋ ਗਈ। ਕੇਂਦਰ ਕਹਿ ਰਿਹਾ ਕਿ ਪੰਜਾਬ ਨੇ ਯੋਜਨਾ ਬੰਦ ਕੀਤੀ। ਜਿਹੜੇ ਸਿਹਤ ਮੰਤਰੀ ਸੀ ਉਹ ਪੰਜਾਬ ਆਏ ਸੀ ਪਟਿਆਲੇ, ਉਹ ਕਹਿੰਦੇ ਹੈਲਥ ਮਿਸ਼ਨ ਦੇ ਲਈ ਪੈਸਾ ਆਉਂਦਾ ਸੀ ਤੇ ਇਹਨਾਂ ਨੇ ਮੁਹੱਲਾ ਕਲੀਨਿਕਾਂ ਦੀ ਸਕੀਮ ਦਿੱਲੀ ਵਾਲੀ ਸ਼ੁਰੂ ਕਰ ਲਈ। ਸੋ ਪੰਜਾਬ ਸਰਕਾਰ ਨੇ ਉਹ ਤਾਂ ਕਹਿੰਦੇ ਸਕੀਮ ਬੰਦ ਕਰਤੀ। ਸੋ ਇੱਕ ਤਰੀਕੇ ਨਾਲ ਕਾਫੀ ਪੈਸਾ ਪੰਜਾਬ ਦਾ ਕੇਂਦਰ ਕੋਲੋਂ ਆਉਣਾ ਸੀ। ਪਰ ਜਿੱਥੋਂ ਤੱਕ ਗੱਲ ਰਹੀ ਰੂਰਲ ਡਿਵੈਲਪਮੈਂਟ ਫੰਡ ਦੀ, ਉਹ ਤਾਂ ਰੂਰਲ ਡਿਵੈਲਪਮੈਂਟ ਤੇ ਲੱਗਣਾ ਸੀ, ਔਰ ਜਿਹੜਾ ਸਿਹਤ ਮਿਸ਼ਨ ਦਾ ਪੈਸਾ ਆਉਣਾ ਸੀ ਉਹ ਸਿਹਤ ਪ੍ਰੋਗਰਾਮਾਂ ਤੇ ਲੱਗਣਾ ਸੀ। ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਈ ਹੈ, ਇਹਦੇ ਪਿੱਛੇ ਲੋੜ ਕੀ ਪਈ? ਅਸਲ 'ਚ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਕੋਲੇ ਪ੍ਰਸ਼ਾਸਨਿਕ ਕੰਮਾਂ ਲਈ, ਸਰਕਾਰ ਦੀ ਫੰਕਸ਼ਨਿੰਗ ਲਈ ਕਿਤੇ ਨਾ ਕਿਤੇ ਸਰਪਲਸ ਪੈਸਾ ਰੱਖਣਾ ਜ਼ਰੂਰੀ ਹੋ ਗਿਆ। ਔਰ ਇਹ ਵੀ ਸਾਨੂੰ ਪਤਾ ਹੈ ਕਿ ਬਿਜਲੀ ਮੁਫਤ ਹੈ, ਬਿਜਲੀ ਦੇ ਮੀਟਰ ਦਾ ਕਿਰਾਇਆ ਤੱਕ ਨਹੀਂ ਲਿਆ ਜਾ ਰਿਹਾ। ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ। ਮੇਰਾ ਤਾਂ ਆਉਣਾ ਸ਼ੁਰੂ ਹੋ ਗਿਆ, ਪਿਛਲੇ ਮਈ ਦੇ ਮਹੀਨੇ ਵੀ ਆਇਆ, ਕਿਉਂਕਿ ਗਰਮੀ ਜ਼ਿਆਦਾ ਹੋ ਗਈ। ਏਸੀ ਚੱਲਦੇ ਹੀ ਜ਼ੀਰੋ ਬਿਜਲੀ ਵਾਲਾ ਕੰਮ, ਲਗਾਤਾਰ ਏਸੀ ਜਿੱਥੇ ਚੱਲਦਾ ਹੈ ਤੇ ਜ਼ੀਰੋ ਬਿੱਲ ਵਾਲਾ ਕੰਮ ਉੱਥੇ ਖਤਮ ਹੈ। ਸੋ ਇਸ ਕਰਕੇ ਜਿਹੜਾ 87, 92, 90% ਦੇ ਇਸ਼ਤਿਹਾਰੀ ਬੋਰਡ ਲੱਗੇ ਸੀ ਬਿਜਲੀ ਬਿੱਲ ਦੇ, ਮੈਨੂੰ ਲੱਗਦਾ ਉਹ ਬੋਰਡ ਹੁਣ ਹਟ ਜਾਣਗੇ, ਕਿਉਂਕਿ ਮੈਨੂੰ ਲੱਗਦਾ ਇਹ ਬਿੱਲ ਘਟਣਗੇ। ਕਿੰਨੇ ਕੁ ਘਟਣਗੇ ਇਹਦੇ ਅੰਕੜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਗੇ। ਪਰ ਬਿਜਲੀ ਦੇ ਕੱਟ ਵੀ ਲੱਗਣ ਲੱਗ ਗਏ। ਇਹ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਬਿਜਲੀ ਦੀ ਕਮੀ ਹੈ, ਬਿਜਲੀ ਦੀ ਕਮੀ ਹੈ। ਔਰ ਕੱਲ੍ਹ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਮੈਂ ਟਵੀਟ ਪੜ੍ਹ ਰਿਹਾ ਸੀ, ਉਹ ਕਹਿੰਦੇ ਹਜੇ ਵੀ ਪੰਜਾਬ ਸਰਕਾਰ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਹੀ ਹੈ। ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿਉਂਕਿ ਅਸੀਂ ਬਿਜਲੀ ਦੀ ਉਤਪਾਦਨ ਔਰ ਜਨਰੇਸ਼ਨ ਵਾਲੇ ਪਾਸੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ। ਭਾਵੇਂ ਇਹ ਵੀ ਦਾਅਵੇ ਆ ਰਹੇ ਨੇ ਸਰਕਾਰ ਵੱਲੋਂ ਕਿ ਅਸੀਂ ਗੋਇੰਦਵਾਲ ਦਾ ਥਰਮਲ ਪਲਾਂਟ ਖਰੀਦ ਰਹੇ ਹਾਂ, ਪਰ ਉਹ ਗੋਇੰਦਵਾਲ ਦਾ ਥਰਮਲ ਪਲਾਂਟ ਅਗਰ ਸਰਕਾਰ ਖਰੀਦ ਵੀ ਰਹੀ ਹੈ ਤੇ ਉਹ ਪਹਿਲਾਂ ਹੀ ਪੰਜਾਬ ਨੂੰ ਬਿਜਲੀ ਦੇ ਰਿਹਾ ਸੀ। ਸੋ ਉਹਦੇ ਨਾਲ ਕੁਝ ਫਰਕ ਤਾਂ ਜ਼ਰੂਰ ਪਏਗਾ। ਪਰ ਸਵਾਲ ਇਹ ਹੈ ਕਿ ਵੱਡੇ ਪੱਧਰ ਤੇ ਪੰਜਾਬ 'ਚ ਬਿਜਲੀ ਦੀ ਕਮੀ ਹੈ, ਔਰ ਆਉਂਦੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਨੂੰ ਲਿਖਿਆ ਗਿਆ ਕਿ ਸਾਨੂੰ ਹੋਰ ਬਿਜਲੀ ਦਿਓ, ਕਿਉਂਕਿ ਸਾਡੇ ਝੋਨੇ ਦੀ ਬਿਜਾਈ ਵੀ ਹੋਣੀ ਹੈ। ਸਰਕਾਰ ਨੇ ਪੜਾਅਵਾਰ ਇਸ ਵਾਰ ਝੋਨੇ ਦੀ ਬਿਜਾਈ 3 ਪੜਾਵਾਂ 'ਚ ਕਰਨੀ ਹੈ, ਪਰ ਬਿਜਲੀ ਦੇ ਕੱਟ ਲੱਗਣ ਲੱਗ ਗਏ। ਜਦੋਂ ਮਾੜਾ ਮੋਟਾ ਮੀਂਹ ਹਨੇਰੀ ਵੀ ਆਉਂਦੀ ਹੈ ਤੇ ਬਿਜਲੀ ਲੰਮਾ ਸਮਾਂ ਬੰਦ ਰਹਿੰਦੀ ਹੈ। ਔਰ ਜਿਹੜਾ ਇੰਡਸਟਰੀਅਲ ਏਰੀਆ ਨੇ, ਇੰਡਸਟਰੀ ਖੇਤਰ ਨੇ, ਉੱਥੇ ਬਿਜਲੀ ਦੇ ਕੱਟ ਲੱਗਦੇ ਨੇ, ਵੱਡੇ ਕੱਟ ਲੱਗਦੇ ਨੇ। ਸਾਡੇ ਸਟੂਡੀਓ ਦੇ ਵਿੱਚ ਵੀ ਡੀਜ਼ਲ ਦੀ ਵਰਤੋਂ ਖੂਬ ਹੋ ਰਹੀ ਹੈ। ਸੋ ਪੈਟਰੋਲ ਅਤੇ ਡੀਜ਼ਲ ਦਾ ਜਿਹੜਾ ਮੁੱਲ ਵਧਿਆ, ਸਾਰਿਆਂ ਨੂੰ ਉਹਦੇ ਨਾਲ ਫਰਕ ਪਿਆ, ਕਿਉਂਕਿ ਅਚਾਨਕ ਹੀ ਸਰਕਾਰ ਨੇ 92 ਪੈਸੇ 88 ਪੈਸੇ ਲਗਭਗ 1 ਰੁਪਇਆ ਵਧਾਇਆ। ਤੇ ਫਰਵਰੀ ਦੇ ਮਹੀਨੇ ਵੀ 23 ਫਰਵਰੀ ਨੂੰ ਲਗਭਗ 80-90 ਪੈਸੇ ਦੀ ਗੱਲ ਚੱਲੀ ਸੀ ਕਿ ਮੁੱਲ ਵਧਾਇਆ ਗਿਆ। ਸੋ ਸਰਕਾਰ ਨੇ ਇਸ ਸਾਲ, ਮੌਜੂਦਾ ਸਾਲ 'ਚ ਦੂਜੀ ਵਾਰ ਪੈਟਰੋਲ ਤੇ ਡੀਜ਼ਲ ਦਾ ਮੁੱਲ ਵਧਾਇਆ। ਇਹਦੇ ਨਾਲ ਸਰਕਾਰ ਨੂੰ 800-900 ਕਰੋੜ ਤੱਕ ਦੇ ਆਮਦਨ ਦੀ ਉਮੀਦ ਹੈ। ਇਹਦੇ ਨਾਲ ਕੋਈ ਬਹੁਤ ਹੀ ਜ਼ਿਆਦਾ ਗੱਲ ਬਣਨੀ ਨਹੀਂ, ਪਰ ਲੋਕਾਂ ਦੇ ਲਈ 1 ਰੁਪਇਆ ਜਿਹੜਾ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦਾ ਵਧਣਾ ਉਹ ਬਹੁਤ ਜ਼ਿਆਦਾ ਅਸਰ ਕਰਦਾ ਹੈ, ਕਿਉਂਕਿ ਇਹਦੇ ਨਾਲ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ, ਇਹਦੇ ਨਾਲ ਕਿਸੇ ਦਾ ਕੋਈ ਜ਼ਰੂਰੀ ਸਮਾਨ ਦੀ ਟਰਾਂਸਪੋਰਟੇਸ਼ਨ, ਟੈਕਸੀਆਂ ਦੇ ਕਿਰਾਏ, ਸਾਰੀਆਂ ਚੀਜ਼ਾਂ 'ਤੇ ਫਰਕ ਪੈਂਦਾ ਹੈ। ਹਰ ਰੋਜ਼ ਅਗਰ ਕੋਈ 20 ਲੀਟਰ ਆਪਣੀ ਕਾਰ 'ਚ ਡੀਜ਼ਲ ਜਾਂ ਪੈਟਰੋਲ ਪਾਉਂਦਾ ਜਾਂ ਟਰੈਕਟਰ 'ਚ 20 ਲੀਟਰ ਪਾਉਂਦਾ ਤੇ ਪ੍ਰਤੀ ਡੇ 1 ਰੁਪਈਆ 20 ਲੀਟਰ ਦਾ ਮਤਲਬ ਹੈ 20 ਰੁਪਏ ਵੱਧ ਗਏ। ਤੇ ਝੋਨੇ ਦੀ ਬਿਜਾਈ 'ਚ ਸਾਨੂੰ ਪਤਾ ਡੀਜ਼ਲ ਦੀ ਖਪਤ ਕਿੰਨੀ ਜ਼ਿਆਦਾ ਹੁੰਦੀ ਹੈ, ਔਰ ਐਗਰੀਕਲਚਰ ਸੈਕਟਰ ਲਈ ਡੀਜ਼ਲ ਬਹੁਤ ਮਹਿੰਗਾ ਹੈ। ਸੋ ਇਹ ਵੀ ਬੜਾ ਜ਼ਰੂਰੀ ਹੈ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਤੇ ਡੀਜ਼ਲ ਦੇਵੇ, ਤਾਂ ਕਿ ਪੰਜਾਬ ਦਾ ਕਿਸਾਨ, ਜਿਹੜਾ ਖੇਤੀ ਕਰਨ ਵਾਲਾ ਕਿਸਾਨ ਹੈ, ਉਹਨੂੰ ਸਬਸਿਡੀ ਆਧਾਰਿਤ ਡੀਜ਼ਲ ਮਿਲੇ, ਜਿਹਦੇ ਨਾਲ ਖੇਤੀ ਉਹਦੇ ਲਈ ਆਸਾਨ ਹੋਵੇ। ਇਹ ਵੀ ਜਿਹੜੀ ਗੱਲ ਹੈ ਬਹੁਤ ਜ਼ਰੂਰੀ ਹੈ। ਪਰ ਜਿੱਥੋਂ ਤੱਕ ਗੱਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਹੈ, ਸਰਕਾਰ ਦਾ ਵਿਰੋਧ ਹੈ। ਸਰਕਾਰ ਦਾ ਤਰਕ ਹੈ ਕਿ ਕੇਂਦਰ ਸਰਕਾਰ ਫੰਡ ਨਹੀਂ ਦੇ ਰਹੀ, ਫੰਡ ਰੁਕੇ ਹੋਏ ਨੇ। ਹੁਣ 19 ਅਤੇ 20 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਹੈ। ਉਸ ਤੋਂ ਪਹਿਲਾਂ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਇੱਕ ਧਮਾਕੇਦਾਰ ਟਵੀਟ ਕੀਤਾ। ਜਦੋਂ ਕਾਂਗਰਸ ਦੇ ਰਾਜ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਸੀ ਤੇ ਆਮ ਆਦਮੀ ਪਾਰਟੀ ਹਮਲਾਵਰ ਹੁੰਦੀ ਸੀ। ਭਗਵੰਤ ਮਾਨ ਜੀ, ਹਰਪਾਲ ਚੀਮਾ ਜੀ, ਅਮਨ ਅਰੋੜਾ ਜੀ ਇਹ ਪ੍ਰੈਸ ਕਾਨਫਰੰਸ ਕਰਦੇ ਸੀ, ਔਰ ਭਗਵੰਤ ਮਾਨ ਔਰ
ਕੇਜਰੀਵਾਲ ਇਹ ਸਾਰੇ ਲੀਡਰ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਤੇ ਸਵਾਲ ਕਰਦੇ ਸੀ। ਹੁਣ ਉਸੇ ਤਰ੍ਹਾਂ ਦੇ ਸਵਾਲ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ, ਪ੍ਰਤਾਪ ਸਿੰਘ ਬਾਜਵਾ ਨੇ ਕੀਤੇ ਨੇ, ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਹੈ, ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਔਰ ਸਾਰੀਆਂ ਪਾਰਟੀਆਂ ਦੇ ਜਾਗਰੂਕ ਲੀਡਰ ਟਵੀਟ ਕਰ ਰਹੇ ਨੇ ਕਿ ਇਹ ਜਿਹੜੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਇਹ ਵਾਪਸ ਲਓ, ਕਿਉਂਕਿ ਤੁਸੀਂ ਦਾਅਵਾ ਕਰਦੇ ਸੀ ਕਿ ਅਸੀਂ ਲਗਭਗ 40-50 ਹਜ਼ਾਰ ਕਰੋੜ ਪੰਜਾਬ ਨੂੰ ਕਮਾ ਕੇ ਦੇਵਾਂਗੇ, ਕਰਪਸ਼ਨ ਤੋਂ ਪੈਸਾ ਬਚੂ, ਰੇਤੇ ਤੋਂ ਕਮਾਈ ਆਊਗੀ, ਸ਼ਰਾਬ ਤੋਂ ਕਮਾਈ ਆਊਗੀ। ਸੋ ਇਹ ਸਾਰੇ ਲੀਡਰ ਕਹਿ ਰਹੇ ਨੇ ਕਿ ਜਦੋਂ ਅਸੀਂ 40-50 ਹਜ਼ਾਰ ਕਰੋੜ ਬਚਾ ਲੈਣੇ ਸੀ ਤੇ ਫਿਰ ਇੰਨਾ ਜ਼ਿਆਦਾ ਸਰਕਾਰ ਟੈਕਸ ਕਿਉਂ ਲਾ ਰਹੀ ਹੈ। ਔਰ ਕੱਲ੍ਹ ਦੀ ਜਿਹੜੀ ਪਰਸੋਂ ਦੀ ਮੰਤਰੀ ਮੰਡਲ ਦੀ ਬੈਠਕ ਸੀ, ਨਿਸ਼ਚਿਤ ਤੌਰ ਦੇ ਵਿੱਚ ਉਹਦੇ ਵਿੱਚ ਇਹ ਫੈਸਲਾ ਹੋਇਆ ਹੋਣਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ। ਪਰ ਮੈਨੂੰ ਲੱਗਦਾ ਕਿਉਂਕਿ ਕੇਂਦਰ ਦੇ ਨਾਲ ਟਾਕਰਾ ਹੈ, ਕੇਂਦਰ ਦੇ ਨਾਲ ਰੌਲਾ ਹੈ, ਇਸ ਕਰਕੇ ਪੰਜਾਬ ਸਰਕਾਰ ਦਾ ਹੱਥ ਟਾਈਟ ਹੈ। ਮੈਨੂੰ ਲੱਗਦਾ ਮਜਬੂਰੀ 'ਚ ਇਸ ਸਰਕਾਰ ਨੇ ਇਹ ਮੁੱਲ ਵਧਾਇਆ ਹੋਣਾ। ਪਰ ਕੇਂਦਰ ਨਾਲ ਟਕਰਾਅ ਅਗਰ ਹੈ ਤੇ ਜ਼ਰੂਰ ਭਗਵੰਤ ਮਾਨ ਉਹਨਾਂ ਨੂੰ ਤੁਰੰਤ ਸੁਪਰੀਮ ਕੋਰਟ ਜਾਣਾ ਚਾਹੀਦਾ ਕਿ ਸੁਪਰੀਮ ਕੋਰਟ ਸਾਡਾ RDF ਦਾ ਪੈਸਾ ਦਵਾਵੇ, ਸੁਪਰੀਮ ਕੋਰਟ ਸਾਡਾ ਹੈਲਥ ਮਿਸ਼ਨ ਦਾ ਪੈਸਾ ਸ਼ੁਰੂ ਕਰਾਵੇ ਔਰ ਜਿਹੜੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ, ਅਗਰ ਭਗਵੰਤ ਮਾਨ ਦੀ ਸਰਕਾਰ ਵਰਤੋਂ ਦੇ ਜਿਹੜੇ ਸਰਟੀਫਿਕੇਟ ਹੈ ਉਹ ਕੇਂਦਰ ਨੂੰ ਨਹੀਂ ਦੇਣਾ ਚਾਹੁੰਦੀ, ਭਗਵੰਤ ਮਾਨ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਉਹ ਡਾਕੂਮੈਂਟ ਪੇਸ਼ ਕਰ ਦੇਣ। ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਦੇ ਨਾਲ ਵੀ ਉਹ ਡਾਕੂਮੈਂਟ ਸਾਂਝੇ ਕਰ ਸਕਦੇ ਨੇ ਕਿ ਦੇਖੋ ਅਸੀਂ ਤਾਂ ਯੂਟਿਲਾਈਜੇਸ਼ਨ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜ ਤੇ ਉਹੀ ਸਾਨੂੰ ਪੈਸਾ ਨਹੀਂ ਜਾਰੀ ਕਰ ਰਹੇ। ਸੋ ਮੈਨੂੰ ਲੱਗਦਾ ਹੈ ਟਰਾਂਸਪੇਰੈਂਸੀ ਦੀ ਪਾਲਿਸੀ ਦੇ ਤਹਿਤ ਭਗਵੰਤ ਮਾਨ ਸਾਹਿਬ ਨੂੰ ਸਭ ਕੁਝ ਸਾਰਵਜਨਿਕ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜੇ ਕੇਂਦਰ ਧੱਕਾ ਕਰ ਰਿਹਾ ਹੈ ਤੇ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕੇਂਦਰ ਕਿਸ ਰੂਪ 'ਚ ਧੱਕਾ ਕਰ ਰਿਹਾ ਹੈ, ਕਿਉਂਕਿ ਇਹ ਬੜੀ ਦੁਚਿੱਤੀ ਵਾਲੀ ਸਥਿਤੀ ਬਣ ਗਈ। ਉੱਧਰ 19 ਅਤੇ 20 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਰਿਹਾ ਹੈ। ਹਰਜੋਤ ਜੀ, ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਹੈ ਇਹਦੇ ਵਿੱਚ ਕੇਂਦਰ ਦੇ ਨਾਲ ਜਿਹੜਾ ਫੰਡਾਂ ਦਾ ਟਕਰਾਅ ਹੈ ਉਸ ਮਾਮਲੇ 'ਚ ਮਤਾ ਪਾਸ ਕੀਤਾ ਜਾ ਸਕਦਾ ਹੈ। ਹੁਣ ਕੀ ਵਿਧਾਨ ਸਭਾ ਆਰਡੀਨੈਂਸ ਦੇ ਖਿਲਾਫ ਵੀ ਕੋਈ ਮਤਾ ਪਾਸ ਕਰ ਸਕਦੀ ਹੈ ਜਿਹੜਾ ਆਰਡੀਨੈਂਸ ਕੇਂਦਰ ਲੈ ਕੇ ਆ ਰਹੀ ਹੈ? ਉਂਝ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੇਂਦਰ ਆਉਂਦੇ ਸਮੇਂ 'ਚ ਦੂਜੇ ਸੂਬਿਆਂ 'ਚ ਵੀ ਇਸ ਤਰ੍ਹਾਂ ਦੇ ਆਰਡੀਨੈਂਸ ਲੈ ਕੇ ਆਏਗਾ, ਪਰ ਇਹਦੀ ਗੁੰਜਾਇਸ਼ ਘੱਟ ਲੱਗ ਰਹੀ ਹੈ ਕਿਉਂਕਿ ਦਿੱਲੀ ਇੱਕ ਯੂਨੀਅਨ ਟੈਰੀਟਰੀ ਹੈ, ਦਿੱਲੀ ਇੱਕ UT ਹੈ ਜਿੱਥੇ ਲੈਫਟੀਨੈਂਟ ਗਵਰਨਰ ਹੈ, ਪੂਰਨ ਰੂਪ 'ਚ ਸੂਬਾ ਨਹੀਂ ਹੈ। ਸੋ ਪੂਰਨ ਰੂਪ 'ਚ ਸੂਬਿਆਂ 'ਚ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਇਸ ਤਰ੍ਹਾਂ ਦਾ ਕੋਈ ਆਰਡੀਨੈਂਸ ਪ੍ਰਪੋਜ਼ ਕਰਕੇ ਲੈ ਕੇ ਆਏਗਾ, ਕਿਉਂਕਿ ਉਹਦੇ ਨਾਲ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆ ਜਿਹੜੇ ਇੱਕੋ ਦਮ ਵਿਰੋਧ ਦੇ ਵਿੱਚ ਆਉਣਗੇ। ਦਿੱਲੀ UT ਹੈ, ਅਰਵਿੰਦ ਕੇਜਰੀਵਾਲ ਨੂੰ ਸਮਰਥਨ ਮੰਗਣਾ ਪੈ ਰਿਹਾ ਹੈ ਔਰ ਇਸ ਆਰਡੀਨੈਂਸ ਨੇ ਜਦੋਂ ਰਾਜ ਸਭਾ ਦੇ ਵਿੱਚ ਆਉਣਾ ਹੈ ਕੀ ਇਹ ਪਾਸ ਹੋਏਗਾ, ਉਹਦੇ ਉੱਪਰ ਆਮ ਆਦਮੀ ਪਾਰਟੀ ਦੀ ਜਿਹੜੀ ਅਗਲੀ ਸਿਆਸਤ ਹੈ 2024 ਵਾਲੀ ਉਹਦਾ ਕਾਫੀ ਕੁਝ ਨਿਰਭਰ ਕਰਦਾ ਹੈ। ਪਰ ਜਿਹੜਾ 19 ਅਤੇ 20 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸੈਸ਼ਨ ਬੜਾ ਅਹਿਮ ਹੈ। ਉਸ ਸੈਸ਼ਨ 'ਚ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇ ਮਤੇ ਪਾਸ ਕਰਦੀ ਹੈ ਇਹਦੇ ਤੇ ਨਜ਼ਰ ਬਣੀ ਰਹੇਗੀ। ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਆਪਣਾ ਐਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ-ਬਹੁਤ ਧੰਨਵਾਦ।